ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕੰਪਿਊਟਰ ਦੀ ਨਵੀਂ ਸੀਰੀਜ਼। ਪੁਰਾਣੇ ਪੇਪਰ ਜਿਹੜੇ ਹੋਏ ਆ ਪਟਵਾਰੀ ਦੇ, ਉਸ ਦੇ ਬੇਸ ਦੇ ਉੱਪਰ ਕਿ ਉਹਦੇ ਵਿੱਚੋਂ ਜਿਹੜੇ ਪ੍ਰਸ਼ਨ ਪੁੱਛੇ ਗਏ ਸੀ, ਜਿਹੜੇ ਟੌਪਿਕ ਦੇ ਉੱਪਰ ਪੁੱਛੇ ਗਏ ਸੀ, ਉਹ ਟੌਪਿਕ ਸਾਰੇ ਆਪਾਂ ਕਵਰ ਕਰਾਂਗੇ ਬਹੁਤ ਵਧੀਆ ਢੰਗ ਦੇ ਨਾਲ। ਉਹ ਸਾਰੇ ਟੌਪਿਕ ਕੀ ਆ, ਹਾਈ ਲੈਵਲ ਦੇ ਟੌਪਿਕ ਹੈ। ਹੁਣ ਤੱਕ ਜਿੰਨਾ ਵੀ ਕੰਪਿਊਟਰ ਆਪਾਂ ਚੈਨਲ 'ਤੇ ਕੀਤਾ ਉਹ ਸਾਰਾ ਕੀ ਸੀਗਾ, ਬੇਸਿਕ ਸੀਗਾ। ਤੇ ਤੁਹਾਨੂੰ ਮੈਂ ਪਹਿਲਾਂ ਵੀ ਮੋਟੀਵੇਟ ਕਰਦਾ ਰਹਿਣਾ ਕਿ ਜਿਹੜਾ ਬੱਚਾ ਐਕਸਟਰਾ ਕੁਝ ਕਰਕੇ ਜਾਊਗਾ ਉਹੀ ਪੇਪਰ ਕਲੀਅਰ ਕਰੂਗਾ, ਕਿਉਂਕਿ ਈਜ਼ੀ ਕੁਐਸਚਨ ਤਾਂ ਸਾਰੇ ਹੀ ਅਟੈਂਪਟ ਕਰਨਗੇ। ਜਿਹੜਾ ਬੱਚਾ ਟਫ ਕੁਐਸਚਨ ਨੂੰ ਹੱਥ ਪਾਊਗਾ ਤੇ ਉਹਨੂੰ ਰਾਈਟ ਕਰਕੇ ਆਊਗਾ, ਉਹਦੀ ਸਿਲੈਕਸ਼ਨ ਪੱਕੀ ਹੈ। ਤੇ ਆਪਾਂ ਅੱਜ ਕਰਨਾ ਹੈ ਸਟੈਕ ਟੌਪਿਕ, ਜਿਹਦੇ ਵਿੱਚੋਂ ਪਿਛਲੀ ਵਾਰ ਪਟਵਾਰੀ 2016 ਦੇ ਵਿੱਚੋਂ ਕੁਐਸਚਨ ਪੁੱਛੇ ਗਏ ਸੀਗੇ। ਤੇ ਜਿਹੜੇ ਬੱਚੇ ਪਟਵਾਰੀ ਦੀ ਤਿਆਰੀ ਕਰ ਰਹੇ ਨੇ ਉਹ ਸੀਰੀਅਸ ਮੋਡ ਤੇ ਕਰ ਰਹੇ, ਜਿਹੜੇ ਤਾਂ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ, ਜਿਹੜੇ ਨਹੀਂ ਕਰ ਰਹੇ ਉਹ ਭਾਈ ਸਟਾਰਟ ਕਰ ਦਿਓ ਤਿਆਰੀ, ਕਿਉਂਕਿ ਹੁਣ ਪਟਵਾਰੀ ਆਊਗਾ ਹੀ ਆਊਗਾ 101%। ਠੀਕ ਹੈ। ਤੇ ਇਹ ਲੈਵਲ ਇਕੱਲਾ ਪਟਵਾਰੀ ਵਾਸਤੇ ਨਹੀਂ ਹੈ, ਕਿਸੇ ਵੀ ਆਉਣ ਵਾਲੇ ਪੇਪਰ ਦਾ ਹੋ ਸਕਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 1 ਸਾਲ ਤੋਂ ਕੋਈ ਵੀ ਰਿਕਰੂਟਮੈਂਟ ਨਹੀਂ ਹੋਈ। ਹੋ ਸਕਦਾ ਹਰ ਇੱਕ ਪੇਪਰ ਦਾ ਲੈਵਲ ਕੀ ਹੋਵੇ, ਹਾਈ ਲੈਵਲ ਚਲਾ ਜਾਵੇ। ਤਾਂ ਅਗਰ ਆਪਾਂ ਹਾਈ ਲੈਵਲ ਦਾ ਕੋਈ ਚੀਜ਼ ਕਰਕੇ ਜਾਵਾਂਗੇ ਤਾਂ ਉਸ ਤੋਂ ਲੋ ਆਊਗੀ ਤਾਂ ਆਪਾਂ ਆਟੋਮੈਟਿਕਲੀ ਉਸ ਨੂੰ ਕੀ ਕਰਾਂਗੇ, ਅਟੈਂਪਟ ਕਰ ਲਾਂਗੇ। ਇਹ ਜਿਹੜਾ ਸਟੈਕ ਹੈ ਇਹ ਜਿਹੜੇ ਬੱਚਿਆਂ ਨੇ BCA BSc IT ਜਾਂ MCA MTech ਵਗੈਰਾ ਕੀਤੀ ਹੋਊਗੀ ਉਹ ਸ਼ਾਇਦ ਸਮਝ ਜਾਣਗੇ। ਤੇ ਬਾਕੀ ਜਿਹੜੇ ਅੱਜ ਦੀ ਵੀਡੀਓ ਦੇਖ ਲੈਣਗੇ ਸਾਰੇ, ਚਾਹੇ ਉਹ ਨੌਨ IT ਨੇ ਚਾਹੇ IT ਵਾਲੇ ਨੇ, ਉਹਨਾਂ ਨੂੰ ਸਮਝ ਆਊਗਾ ਬਹੁਤ ਵਧੀਆ ਢੰਗ ਦੇ ਨਾਲ। ਤੇ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਪਟਵਾਰੀ 2016 ਦਾ ਪੇਪਰ ਚੱਕ ਲਓ, ਚਾਹੇ ਕੋਈ ਵੀ ਪ੍ਰੈਕਟਿਸ ਸੈੱਟ ਚੱਕ ਲਓ, ਤੁਸੀਂ ਚੁਟਕੀਆਂ ਦੇ ਵਿੱਚ ਕੁਐਸਚਨ ਕਰੋਗੇ ਸਟੈਕ ਦੇ ਉੱਪਰ। ਇਹ ਮੇਰੀ 101% ਗਰੰਟੀ ਹੈ। ਜਿਹੜੇ ਬੱਚੇ ਆਪਣੇ ਨਾਲ ਜੁੜੇ ਹੋਏ ਉਹ ਜਾਣਦੇ ਆ ਆਪਣੇ ਕਰਾਉਣ ਦਾ ਢੰਗ। ਚਲੋ ਸਟਾਰਟ ਕਰਦੇ ਹਾਂ। ਸਟੈਕ ਹੁੰਦਾ ਕੀ ਚੀਜ਼ ਹੈ, ਦੇਖੋ ਡਾਇਆਗ੍ਰਾਮ ਤੁਹਾਡੇ ਸਾਹਮਣੇ ਬਣੀ ਹੋਈ ਹੈ, ਪਰ ਆਪਾਂ ਇਹਨੂੰ ਸਮਝਾਂਗੇ ਪਹਿਲਾਂ ਸਟੈਕ ਤੋਂ ਪਹਿਲਾਂ ਵੀ ਸਟੈਕ ਯੂਜ਼ ਕਿਉਂ ਕਰਦੇ ਆ। ਇੱਕ ਹੁੰਦਾ ਹੈ ਰਾਜੇ ਕੰਪਿਊਟਰ ਦੇ ਵਿੱਚ ਡਾਟਾ ਸਟਰਕਚਰ ਨਾਂ ਦਾ ਇੱਕ ਸਬਜੈਕਟ ਹੈਗਾ। ਡਾਟਾ ਸਟਰਕਚਰ ਦੇਖੋ 2 ਵਰਡ ਤੋਂ ਬਣਿਆ ਹੋਇਆ ਹੈ, ਡਾਟਾ ਪਲੱਸ ਸਟਰਕਚਰ। ਡਾਟਾ ਹੁੰਦਾ ਜੋ ਵੀ ਆਪਾਂ ਰॉ ਮਟੀਰੀਅਲ ਯੂਜ਼ ਕਰਦੇ ਹਾਂ, ਜਿਵੇਂ ਇੱਕ ਪਰਸਨ ਦਾ ਨਾਮ ਹੋ ਗਿਆ, ਏਜ ਹੋ ਗਈ, ਕੁਛ ਵੀ ਮਤਲਬ ਡਾਟਾ ਹੋ ਸਕਦਾ ਹੈ, ਰੋਲ ਨੰਬਰ ਹੋ ਗਿਆ, ਮਾਰਕਸ ਹੋ ਗਈ। ਸਟਰਕਚਰ ਹੁੰਦਾ ਕਿ ਉਸਨੂੰ ਪ੍ਰੋਪਰ ਫਾਰਮੈਟ ਦੇ ਵਿੱਚ ਲਿਖਣਾ, ਕਿਸੇ ਸਟਰਕਚਰ ਦੇ ਵਿੱਚ ਲਿਖਣਾ, ਤਾਂ ਉਹ ਬਣ ਗਿਆ ਡਾਟਾ ਸਟਰਕਚਰ। ਚਲੋ ਆਪਾਂ ਨੂੰ ਇਹਦੇ ਨਾਲ ਇੰਨਾ ਜ਼ਿਆਦਾ ਮਤਲਬ ਨਹੀਂ ਹੈਗਾ ਗਾ, ਆਪਾਂ ਸਟੈਕ ਪੜ੍ਹਨਾ। ਤਾਂ ਬੇਸਿਕਲੀ ਡਾਟਾ ਸਟਰਕਚਰ 2 ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਲੀਨੀਅਰ, ਇੱਕ ਹੁੰਦਾ ਨੌਨ ਲੀਨੀਅਰ। ਲੀਨੀਅਰ ਡਾਟਾ ਸਟਰਕਚਰ ਕਿਹੜਾ ਹੁੰਦਾ ਹੈ, ਜਿਹੜਾ ਕਿਸੇ ਨਾ ਕਿਸੇ ਸੀਕੁਐਂਸ ਨੂੰ ਫੋਲੋ ਕਰਦਾ ਹੈ। ਠੀਕ ਹੈ। ਕੰਪਿਊਟਰ ਦੇ ਵਿੱਚ ਲੀਨੀਅਰ ਡਾਟਾ ਸਟਰਕਚਰ 3 ਤਰ੍ਹਾਂ ਦੇ ਹੁੰਦੇ ਨੇ, ਐਰੇ, ਸਟੈਕ ਐਂਡ ਕਿਊ। ਆਪਾਂ ਅੱਜ ਪੜ੍ਹਨਾ ਹੈ ਸਟੈਕ। ਠੀਕ ਹੈ। ਤੇ ਨੌਨ ਲੀਨੀਅਰ ਹੁੰਦਾ ਹੈ ਵੀ ਜਿਹਦੇ ਵਿੱਚ ਕੋਈ ਵੀ ਮਤਲਬ ਕਿ ਉਹ ਸੀਕੁਐਂਸ ਫੋਲੋ ਨਹੀਂ ਕਰਦਾ, ਨਾ ਤਾਂ ਅਸੈਂਡਿੰਗ ਆਰਡਰ ਨਾ ਡਿਸੈਂਡਿੰਗ ਆਰਡਰ, ਤਾਂ ਉਹ ਕੀ ਹੋ ਗਿਆ, ਤੁਹਾਡਾ ਨੌਨ ਲੀਨੀਅਰ ਹੋ ਗਿਆ। ਠੀਕ ਹੈ। ਤੇ ਆਪਾਂ ਅੱਜ ਪੜ੍ਹਦੇ ਹਾਂ ਸਟੈਕ। ਤਾਂ ਕੁਐਸਚਨ ਪੁੱਛ ਸਕਦਾ ਕਿ ਜਿਹੜਾ ਸਟੈਕ ਡਾਟਾ ਸਟਰਕਚਰ ਹੈ ਉਹ ਕਿਹਦੇ ਅੰਡਰ ਆਉਂਦਾ, ਲੀਨੀਅਰ ਦੇ ਅੰਡਰ ਆਉਂਦਾ ਕਿ ਨੌਨ ਲੀਨੀਅਰ ਦੇ। ਤੁਸੀਂ ਯਾਦ ਰੱਖਣਾ ਲੀਨੀਅਰ। ਲੀਨੀਅਰ ਮਤਲਬ ਕਿ ਕੋਈ ਨਾ ਕੋਈ ਸੀਕੁਐਂਸ ਫੋਲੋ ਕਰੂਗਾ, ਚਾਹੇ ਉਹ ਅਸੈਂਡਿੰਗ ਆਰਡਰ ਕਰੇ ਚਾਹੇ ਉਹ ਡਿਸੈਂਡਿੰਗ ਆਰਡਰ ਕਰੇ। ਠੀਕ ਹੈ। ਇਸ ਤੋਂ ਅੱਗੇ ਵਧਦੇ ਹਾਂ ਆਪਾਂ, ਇਹਨੂੰ ਪੜ੍ਹ ਲਿਓ, ਤੁਹਾਡੀ ਹੈਲਪ ਵਾਸਤੇ ਆ। ਬਾਕੀ ਟੈਲੀਗ੍ਰਾਮ ਦਾ ਗਰੁੱਪ ਜੁਆਇਨ ਕਰ ਲਿਓ, ਉੱਥੇ PDF ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ, ਕਿਉਂਕਿ PDF ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ। ਤੁਸੀਂ ਇਹਨੂੰ ਥਿਓਰੈਟੀਕਲ ਵੀ ਇੱਕ ਵਾਰ ਪੜ੍ਹਨਾ ਹੈ, ਗੋ ਥਰੂ ਹੋਣਾ, ਸੈਲਫ ਸਟੱਡੀ ਮਸਟ ਹੈ। ਅੱਛਾ, ਕਹਿੰਦਾ ਵਾਟ ਇਜ਼ ਲੀਨੀਅਰ ਡਾਟਾ ਸਟਰਕਚਰ। ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ ਲੀਨੀਅਰ ਡਾਟਾ ਸਟਰਕਚਰ ਕੀ ਹੁੰਦਾ। ਕਹਿੰਦਾ ਜਿਹੜਾ ਡਾਟਾ ਅਰੇਂਜਡ ਹੁੰਦਾ ਕਿਸੇ ਲੀਨੀਅਰ ਸੀਕੁਐਂਸ ਦੇ ਵਿੱਚ। ਉਸ ਤੋਂ ਬਾਅਦ ਕਹਿੰਦਾ ਆਪਾਂ ਡਾਟਾ ਨੂੰ ਟਰੈਵਰਸ ਕਰ ਸਕਦੇ ਹਾਂ ਸਿੰਗਲ ਰਨ। ਟਰੈਵਰਸ ਦਾ ਮਤਲਬ ਹੁੰਦਾ ਕਿ ਆ ਮੰਨ ਲਓ ਮੇਰੇ ਕੋਲ ਇੱਕ ਡਾਟਾ ਲਿਖਿਆ ਪਿਆ 1 2 3 4 ਤੱਕ। ਠੀਕ ਹੈ। ਟਰੈਵਰਸ ਦਾ ਮਤਲਬ ਹੁੰਦਾ ਕਿ ਇੱਕ ਵਾਰ ਮੈਂ ਇਹਨੂੰ ਅਸੈਸ ਕਰਨਾ, ਯੂਜ਼ ਕਰਨਾ, ਜਿਵੇਂ 1 2 3 4, ਮਤਲਬ ਕਿ ਕਹਿੰਦਾ ਸਿੰਗਲ ਰਨ ਦੇ ਵਿੱਚ ਕੀ ਕਰ ਸਕਦਾ ਮੈਂ ਇਹਨੂੰ ਯੂਜ਼ ਕਰ ਸਕਦਾ। ਉਹਨੂੰ ਬੋਲਦੇ ਆ ਟੈਕਨੀਕਲ ਵਰਡ ਟਰੈਵਰਸਿੰਗ ਬੋਲਦੇ ਆ। ਟਰੈਵਰਸਡ ਮਤਲਬ ਉਹਨੂੰ ਯੂਜ਼ ਕਰਨਾ। ਤੇ ਆ ਲਿਖਿਆ ਹੀ ਹੋਇਆ ਭਾਈ, ਜਿਹੜਾ ਡਾਟਾ ਸਟਰਕਚਰ ਲੀਨੀਅਰ ਹੋਊਗਾ ਉਹ ਕੀ ਹੋਊਗਾ, ਕੰਟੀਨਿਊਸ ਮੈਨਰ ਦੇ ਵਿੱਚ ਹੋਊਗਾ। ਮਤਲਬ ਦੇਖੋ ਜਿਵੇਂ 1 ਆਇਆ ਉਸ ਤੋਂ ਬਾਅਦ 2 3 4, ਠੀਕ ਹੈ, ਉਹਦਾ ਸੀਕੁਐਂਸ ਵਾਈਜ਼ ਚੱਲੂਗਾ। ਓਕੇ, ਇਹ ਹੋ ਗਿਆ ਤੁਹਾਡਾ ਲੀਨੀਅਰ ਡਾਟਾ ਸਟਰਕਚਰ। ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਟੌਪਿਕ ਦੀ, ਸਟੈਕ। ਸਟੈਕ ਹੁੰਦਾ ਕੀ ਹੈ, ਸਟੈਕ ਹੁੰਦਾ ਐਗਜ਼ਾਮਪਲ ਪਈਆਂ ਸਟੈਕ ਦੀਆਂ, ਜਿਵੇਂ ਮੰਨ ਲਓ ਇੱਕ ਬੁੱਕ ਦੇ ਉੱਪਰ ਆਪਾਂ ਦੂਸਰੀ ਬੁੱਕ ਰੱਖਤੀ, ਉਸ ਦੇ ਉੱਪਰ ਦੂਸਰੀ, ਉਸ ਦੇ ਉੱਪਰ ਦੂਸਰੀ, ਇਵੇਂ ਸੀਕੁਐਂਸ ਬਣਦਾ ਜਾਊਗਾ। ਇਹਨੂੰ ਕੀ ਕਹਿੰਦੇ ਆ, ਸਟੈਕ ਕਹਿ ਦਿੰਦੇ ਆ। ਚਾਹੇ ਬੁੱਕਸ ਹੋਣ ਚਾਹੇ ਪਲੇਟਸ ਹੋਣ, ਕੋਈ ਵੀ ਚੀਜ਼ ਜਿਹੜੀ ਇਸ ਮੈਨਰ ਦੇ ਵਿੱਚ ਰੱਖੀ ਹੋਈ ਆ ਉਹਨੂੰ ਸਟੈਕ ਕਹਿੰਦੇ ਆ। ਤੇ ਕੁਐਸਚਨ ਇੱਥੋਂ ਵੀ ਇੱਕ ਵਾਰੀ ਪੁੱਛਿਆ ਗਿਆ ਸੀਗਾ, ਕਹਿੰਦਾ ਵੀ ਜਿਹੜੀ ਪਾਈਲਸ ਆਫ ਪਲੇਟਸ ਹੈ, ਪਾਈਲਸ ਆਫ ਪਲੇਟਸ ਆ, ਕਹਿੰਦਾ ਕਿਹਦੀ ਐਗਜ਼ਾਮਪਲ ਹੈ, ਸਟੈਕ ਦੀ ਹੈ, ਕਿਊ ਦੀ ਹੈ, ਐਰੇ ਦੀ ਹੈ। ਤਾਂ ਯਾਦ ਰੱਖਣਾ ਇੱਥੋਂ ਵੀ ਕੁਐਸਚਨ ਪੁੱਛ ਸਕਦਾ ਹੈ, ਚਾਹੇ ਬੁੱਕਸ ਦਾ ਪੁੱਛ ਲਵੇ, ਪਾਈਲਸ ਆਫ ਬੁੱਕਸ ਪੁੱਛ ਲਵੇ। ਠੀਕ ਹੈ। ਤਾਂ ਉਹਦਾ ਆਨਸਰ ਕੀ ਆਊਗਾ, ਸਟੈਕ।
ਤਾਂ ਸਟੈਕ ਦੀ ਐਗਜ਼ਾਮਪਲ ਕੀ ਹੈ, ਜਿਵੇਂ ਆ ਬੁੱਕਸ ਰੱਖੀਆਂ ਹੋਈਆਂ, ਪਲੇਟਸ ਰੱਖੀਆਂ ਹੋਈਆਂ, ਇਹਨੂੰ ਦਿਮਾਗ 'ਚ ਬਿਠਾ ਲਿਓ। ਹੁਣ ਤੁਸੀਂ ਦੇਖੋਗੇ ਵੀ ਸਟੈਕ ਹੁੰਦਾ ਕੀ ਹੈ, ਤੁਹਾਨੂੰ ਮੈਂ ਦੱਸਦਾ। ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ, ਸਟੈਕ ਹੈਗਾ ਬੇਸਡ ਔਨ ਟੈਕਨੋਲੋਜੀ ਲੀਫੋ। ਲੀਫੋ ਹੁੰਦਾ ਲਾਸਟ ਇਨ ਫਸਟ ਆਊਟ। ਹੁਣ ਲਾਸਟ ਇਨ ਫਸਟ ਆਊਟ ਦਾ ਕੀ ਮਤਲਬ ਆ, ਦੇਖੋ ਆਪਾਂ ਡਾਇਗਰਾਮ ਬਣਾਈ ਹੈ। ਮੰਨ ਲਓ ਮੈਂ ਕਿਤਾਬਾਂ ਰੱਖਤੀਆਂ, ਮੈਂ ਕਿਤਾਬਾਂ ਚੱਕਣੀਆਂ ਹੈ, ਮਤਲਬ ਇੱਕ ਕਿਤਾਬ ਉੱਪਰੋਂ ਚੱਕਣੀ ਆ ਤਾਂ ਕਿੱਥੋਂ ਚੱਕੂੰਗਾ ਮੈਂ, ਉੱਪਰੋਂ ਚੱਕੂੰਗਾ ਨਾ। ਇਹਦਾ ਨਹੀਂ ਕਿ ਥੱਲੋਂ ਕਿਤਾਬ ਖਿੱਚਣੀ ਸ਼ੁਰੂ ਕਰ ਦੂੰਗਾ, ਨਹੀਂ। ਤਾਂ ਇਹਦੇ ਵਿੱਚ ਹਮੇਸ਼ਾ ਕਿਤਾਬ ਉੱਪਰੋਂ ਚੱਕੀ ਜਾਊਗੀ। ਤਾਂ ਇਹਨੂੰ ਕਹਿੰਦੇ ਆ ਲਾਸਟ ਇਨ ਫਸਟ ਆਊਟ। ਮਤਲਬ ਲਾਸਟ ਦੇ ਵਿੱਚ ਆਪਾਂ ਆਹੀ ਬੁੱਕਸ ਰੱਖੀ ਸੀਗੀ, ਜਿਹੜੀ ਲਾਸਟ ਦੇ ਵਿੱਚ ਰੱਖੀ ਸੀ ਸਭ ਤੋਂ ਪਹਿਲਾਂ ਉਹਨੂੰ ਆਪਾਂ ਕੀ ਕਰਾਂਗੇ, ਬਾਹਰ ਕੱਢਾਂਗੇ। ਠੀਕ ਹੈ, ਤਾਂ ਇਹਨੂੰ ਕਹਿੰਦੇ ਆ ਲੀਫੋ। ਠੀਕ ਹੈ, ਇਹਨੂੰ ਕਹਿੰਦੇ ਆ ਲੀਫੋ, ਲਾਸਟ ਇਨ ਫਸਟ ਆਊਟ। ਤਾਂ ਯਾਦ ਰੱਖਣਾ, ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਕਿ ਜਿਹੜੀ ਸਟੈਕ ਟੈਕਨੋਲੋਜੀ ਆ ਕਿਹਦੇ ਉੱਪਰ ਬੇਸਡ ਹੈ, ਲੀਫੋ ਮੈਨਰ ਦੇ ਉੱਪਰ, ਜਿਹਨੂੰ ਕਹਿੰਦੇ ਆ ਲਾਸਟ ਇਨ ਫਸਟ ਆਊਟ ਕਲੈਕਸ਼ਨ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਆਪਾਂ ਕੋਈ ਚੀਜ਼ ਨਵੀਂ ਐਡ ਕਰਦੇ ਉਹਨੂੰ ਬੋਲਦੇ ਆ ਪੁਸ਼, ਤੇ ਜੇ ਕੋਈ ਚੀਜ਼ ਬਾਹਰ ਕੱਢਦੇ ਉਹਨੂੰ ਬੋਲਦੇ ਆ ਪੌਪ। ਇਹ ਤੁਹਾਨੂੰ ਮੈਂ ਅੱਗੇ ਜਾ ਕੇ ਸਮਝਾਉਣਾ ਹੈ। ਠੀਕ ਹੈ, ਸਟੈਕ ਸਮਝ ਆ ਗਿਆ। ਹੁਣ ਦੇਖੋ ਇਹੀ ਕੁਐਸਚਨ ਪੁੱਛਿਆ ਗਿਆ, ਕਹਿੰਦਾ ਸਟੈਕ ਇਜ਼ ਰੈਫਰਡ ਐਜ਼, ਠੀਕ ਹੈ, LI ਲੀਲੋ। ਲੀਲੋ ਹੁੰਦਾ ਲਾਸਟ ਇਨ ਲਾਸਟ ਆਊਟ, ਨਹੀਂ ਇਹਦੇ ਤੋਂ ਉੱਪਰ ਤਾਂ ਹੈ ਹੀ ਨਹੀਂ ਗੀ। ਇੱਕ ਹੁੰਦਾ ਫਸਟ ਇਨ ਫਸਟ ਆਊਟ, ਇਹ ਹੁੰਦਾ ਕਿਊ, ਇਹ ਵੀ ਹੈ ਨਹੀਂਗਾ। ਕਿਊ ਦੀ ਵੀਡੀਓ ਆਪਾਂ ਨੈਕਸਟ ਵੀਡੀਓ ਕਿਊ ਦੇ ਉੱਪਰ ਹੀ ਕਰਾਂਗੇ। ਤਾਂ ਕੀ ਹੁੰਦਾ ਹੈ, ਲਾਸਟ ਇਨ ਫਸਟ ਆਊਟ। ਤਾਂ ਰਾਈਟ ਆਨਸਰ ਕੀ ਬਣ ਜਾਊਗਾ ਆਪਣਾ, ਸੈਕਿੰਡ। ਓਕੇ ਜੀ। ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਵਟ ਟਾਈਪ ਆਫ ਡਾਟਾ ਡਸ ਇਹ ਸਟੈਕ ਇਜ਼। ਡਾਟਾ ਸਟਰਕਚਰ ਕਿਹੜਾ ਸਟੈਕ ਦਾ, ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ। ਲੀਨੀਅਰ ਹੈ, ਨੋਨ ਲੀਨੀਅਰ ਹੈ ਕਿ ਬੋਥ ਹੈ। ਤਾਂ ਤੁਹਾਨੂੰ ਮੈਂ ਦੱਸਿਆ ਕਿ ਇੱਕ ਸੀਕੁਐਂਸ ਦੇ ਵਿੱਚ ਹੁੰਦਾ, ਤਾਂ ਇਹਨੂੰ ਕੀ ਕਹਿ ਦਿੰਦੇ ਆ, ਲੀਨੀਅਰ ਡਾਟਾ ਸਟਰਕਚਰ। ਓਕੇ ਜੀ। ਦੇਖੋ ਇਹ ਸਿੰਪਲ ਕੁਐਸਚਨ ਨੇ। ਹੁਣ ਆ ਜਾਂਦੇ ਆਪਾਂ ਟੈਕਨੀਕਲ ਚੀਜ਼ ਤੇ। ਜਿਹੜੀ ਮੇਨ ਚੀਜ਼ ਪੁੱਛੀ ਗਈ ਸੀ ਪਟਵਾਰੀ 2016 ਦੇ ਵਿੱਚ, ਬਹੁਤ ਹੀ ਜ਼ਿਆਦਾ ਡੀਪਲੀ ਚੀਜ਼ ਪੁੱਛੀ ਗਈ ਸੀਗੀ। ਸਟੈਕ ਦੇ ਉੱਪਰ ਆਪਾਂ ਦੋ ਆਪਰੇਸ਼ਨਸ ਕਰ ਸਕਦੇ ਹਾਂ। ਇੱਕ ਹੁੰਦਾ ਪੁਸ਼ ਹੁੰਦਾ ਨਵਾਂ ਐਲੀਮੈਂਟ ਐਡ ਕਰਨ ਵਾਸਤੇ, ਤੇ ਪੌਪ ਹੁੰਦਾ ਡਿਲੀਟ ਕਰਨ ਵਾਸਤੇ। ਇਹ ਤੁਸੀਂ ਟੈਕਨੀਕਲ ਵਰਡ ਯਾਦ ਰੱਖਣੇ ਆ, ਹਰ ਇੱਕ ਡਾਟਾ ਸਟਰਕਚਰ ਦੇ ਨਾਲ ਯੂਜ਼ ਹੁੰਦੇ ਆ। ਇਹ ਵੀ ਪੁੱਛ ਸਕਦਾ ਹੈ ਕਿ ਜਿਹੜਾ ਪੁਸ਼ ਦਾ ਕੀ ਮਤਲਬ ਹੈ, ਪੌਪ ਦਾ ਕੀ ਮਤਲਬ ਹੈ। ਤਾਂ ਪੁਸ਼ ਮਤਲਬ ਕਿ ਆਪਾਂ ਦੇਖੋ ਦੇਖੋ ਡਾਇਗਰਾਮ ਬਣੀ ਹੋਈ ਹੈ। ਪੁਸ਼ ਮਤਲਬ ਇਨਸਰਟ ਕਰਨਾ, ਪੌਪ ਮਤਲਬ ਕੀ ਹੈ, ਬਾਹਰ ਕੱਢਣਾ। ਇਹਨੂੰ ਯਾਦ ਰੱਖਿਓ, ਦੋ ਹੀ ਆਪਰੇਸ਼ਨ ਹੁੰਦੇ ਆ ਸਟੈਕ ਦੇ ਉੱਪਰ। ਉਸ ਤੋਂ ਬਾਅਦ ਮੇਨ ਇੰਪੋਰਟੈਂਟ ਚੀਜ਼ ਕੀ ਆ, ਜਿਹੜਾ ਸਟੈਕ ਆ, ਸਟੈਕ ਦਾ ਜਿਹੜਾ ਬਿਲਕੁਲ ਉੱਪਰ ਵਾਲਾ ਹਿੱਸਾ ਹੁੰਦਾ ਉਹਨੂੰ ਕੀ ਕਹਿ ਦਿੰਦੇ ਆ, ਟੌਪ ਕਹਿ ਦਿੰਦੇ ਆ। ਠੀਕ ਹੈ, ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੁਸ਼, ਪੌਪ ਤੇ ਟੌਪ। ਹੁਣ ਆਪਾਂ ਇਹਨੂੰ ਸਮਝਦੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਆਹ ਦੇਖੋ, ਤੁਹਾਡੀ ਹੈਲਪ ਵਾਸਤੇ ਮੈਂ ਲਿਖ ਵੀ ਦਿੱਤਾ। ਕਹਿੰਦਾ ਪੁਸ਼ ਕੀ ਹੁੰਦਾ, ਇਟ ਇਜ਼ ਯੂਜ਼ ਟੂ ਇਨਸਰਟ ਆਈਟਮ ਇਨਟੂ ਦਾ ਸਟੈਕ। ਆਈਟਮ ਹੋ ਗਿਆ, ਐਲੀਮੈਂਟ ਹੋ ਗਿਆ। ਇਹ ਵੀ ਯਾਦ ਰੱਖਣਾ, ਐਲੀਮੈਂਟ ਨੂੰ ਕੀ ਕਹਿੰਦੇ ਆ, ਆਈਟਮਸ ਕਹਿੰਦੇ ਆ ਸਟੈਕ ਦੇ ਵਿੱਚ। ਪੌਪ ਦਾ ਮਤਲਬ ਕੀ ਹੁੰਦਾ, ਇਟ ਇਜ਼ ਯੂਜ਼ ਟੂ ਡਿਲੀਟ ਆਈਟਮ ਫਰੋਮ ਦਾ ਸਟੈਕ। ਐਂਡ ਟੌਪ ਕੀ ਕਹਿੰਦਾ, ਕਹਿੰਦਾ ਇਟ ਰਿਪਰਜੈਂਟਸ ਦਾ ਕਰੰਟ ਲੋਕੇਸ਼ਨ ਆਫ ਡਾਟਾ ਇਨ ਸਟੈਕ। ਚਲੋ ਵੀ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਣੇ ਆਪਾਂ। ਆਹ ਦੇਖੋ, ਤਿੰਨ ਐਲੀਮੈਂਟ ਪਏ ਸੀ ਪਹਿਲਾਂ, A B ਤੇ C, ਤੇ ਟੌਪ ਕਿੰਨਾ ਹੁਣ ਇੱਥੇ ਆਪਣਾ, ਟੌਪ ਕਿਹਦੇ ਇਕੁਅਲ ਹੈ, 3 ਦੇ ਇਕੁਅਲ। ਕਿਉਂ ਕਿੰਨੇ ਐਲੀਮੈਂਟ ਪਏ ਆਪਣੇ ਕੋਲੇ, 1 2 ਤੇ 3 ਪਏ ਆ। ਸਮਝ ਗਏ ਮੇਰੀ ਗੱਲ। ਟੌਪ ਕਿਹਨੂੰ ਰਿਪਰਜੈਂਟ ਕਰ ਰਿਹਾ, C ਐਲੀਮੈਂਟ ਨੂੰ ਰਿਪਰਜੈਂਟ ਕਰ ਰਿਹਾ। ਠੀਕ ਹੈ, ਲਾਸਟ ਦੇ ਵਿੱਚ ਕੀ ਆ, C ਹੈ। ਹੁਣ ਅੱਗੇ ਆ ਗਿਆ ਆਪਰੇਸ਼ਨ ਪੁਸ਼ D। ਪੁਸ਼ ਦਾ ਮਤਲਬ ਕੀ ਹੁੰਦਾ, ਇਨਸਰਟ ਕਰਨਾ। ਤਾਂ ਆਪਾਂ ਕੀ ਕੀਤਾ, ਇਹਦੇ ਵਿੱਚ D ਇਨਸਰਟ ਕਰਤਾ। ਠੀਕ ਹੈ, ਫਿਰ ਕਹਿੰਦਾ ਪੁਸ਼ E। ਪੁਸ਼ ਦਾ ਮਤਲਬ ਕੀ, ਇਨਸਰਟ ਕਰਨਾ, ਪੁਸ਼ E। ਤਾਂ ਟੌਪ ਕਿੰਨਾ ਹੋ ਗਿਆ ਹੁਣ ਆਪਣਾ, 1 2 3 4 ਤੇ 5। ਟੌਪ ਦੀ ਵੈਲਿਊ ਕਿੰਨੀ ਹੋ ਗਈ, 5। ਇਸ ਤਰ੍ਹਾਂ ਟੌਪ ਵਧੀ ਜਾਊਗਾ। ਠੀਕ ਹੈ, ਹੁਣ ਆ ਗਿਆ ਪੌਪ। ਪੌਪ ਕੀ ਮਤਲਬ ਹੁੰਦਾ ਹੈ, ਬਾਹਰ ਕੱਢਣਾ। ਤਾਂ ਹੁਣ ਆਪਾਂ ਕਿਹੜਾ ਬਾਹਰ ਕੱਢਾਂਗੇ, ਜਿਹੜਾ ਬਿਲਕੁਲ ਟੌਪ ਤੇ ਪਿਆ। ਕਿਉਂਕਿ ਤੁਹਾਨੂੰ ਮੈਂ ਦੱਸਿਆ ਲਾਸਟ ਇਨ ਫਸਟ ਆਊਟ, ਤਾਂ ਲਾਸਟ ਇਹੀ ਇਨ ਆਇਆ ਸੀਗਾ, ਤੇ ਇਹੀ ਪਹਿਲਾਂ ਕੀ ਹੋਊਗਾ, ਆਊਟ ਹੋਊਗਾ। ਤਾਂ ਡਿਲੀਟ ਹੋ ਗਿਆ, ਤਾਂ ਆਪਣੇ ਕੋਲ ਇੱਕ ਬਚਿਆ D। ਫਿਰ ਕਹਿੰਦਾ ਪੌਪ ਕਰੋ। ਪੌਪ ਮਤਲਬ ਬਾਹਰ ਕੱਢਣਾ, ਲਾਸਟ ਵਾਲਾ ਬਾਹਰ ਕੱਢਤਾ, ਤਾਂ ਕੀ ਬਚਿਆ, C। ਤਾਂ ਦੇਖੋ ਇਦਾਂ ਆਪਰੇਸ਼ਨ ਹੁੰਦੇ ਆ, ਪੁਸ਼ ਤੇ ਪੌਪ। ਹੁਣ ਆਪਾਂ ਦੇਖਦੇ ਹਾਂ ਵੀ ਕੁਐਸਚਨ ਕਿਸ ਤਰ੍ਹਾਂ ਬਣ ਕੇ ਆ ਸਕਦਾ, ਤੇ ਪੁਰਾਣਾ ਕੁਐਸਚਨ ਜਿਹੜਾ ਆਇਆ ਸੀ ਉਹਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਢੰਗ ਦੇ ਨਾਲ। ਉਸ ਤੋਂ ਪਹਿਲਾਂ ਜਿਹੜੇ ਸਿੰਪਲ ਕੁਐਸਚਨ ਬਣਦੇ ਆਪਾਂ ਉਹ ਵੀ ਕਰਕੇ ਜਾਣੇ ਆ। ਇਹ ਨਹੀਂ ਹੋਵੇ ਕਿ ਆਪਾਂ ਹਾਈ ਲੈਵਲ ਦਾ ਕਰ ਜਾਈਏ ਔਰ ਜਿਹੜਾ ਸਿੰਪਲ ਆਪਾਂ ਨੂੰ ਕੁਐਸਚਨ ਆਵੇ ਪੇਪਰ ਦੇ ਵਿੱਚ ਉਹ ਆਪਾਂ ਅਟੈਂਪਟ ਨਾ ਕਰ ਸਕੀਏ। ਕਹਿੰਦਾ ਪ੍ਰੋਸੈਸ ਆਫ ਇਨਸਰਟਿੰਗ ਐਨ ਐਲੀਮੈਂਟ ਇਨ ਦਾ ਸਟੈਕ ਇਜ਼ ਕਾਲਡ। ਤੁਹਾਨੂੰ ਮੈਂ ਹੁਣੇ ਦੱਸਿਆ ਇਨਸਰਸ਼ਨ ਹੋ ਗਈ, ਉਹਨੂੰ ਕੀ ਕਹਿੰਦੇ ਆਪਾਂ, ਕੀ ਕਹਿੰਦੇ ਆ, ਪੁਸ਼ ਕਹਿੰਦੇ ਆ। ਠੀਕ ਹੈ, ਇੱਥੇ ਯਾਦ ਰੱਖ ਲਿਓ, ਪੁਸ਼ ਮਤਲਬ ਧੱਕਾ ਦੇਣਾ, ਅੰਦਰ ਨੂੰ ਧੱਕਾ ਦੇਤਾ ਆਪਾਂ ਨੂੰ। ਤਾਂ ਪੁਸ਼ ਦਾ ਮਤਲਬ ਕੀ ਹੋ ਗਿਆ, ਇਨਸਰਟ ਏ ਨਿਊ ਐਲੀਮੈਂਟ ਇਨਟੂ ਦਾ ਸਟੈਕ। ਨੈਕਸਟ ਕੁਐਸਚਨ ਪੁੱਛਣ ਦਾ ਢੰਗ ਚੇਂਜ ਕਰੂਗਾ, ਪਤਾ ਤੁਹਾਨੂੰ ਹੋਣਾ ਚਾਹੀਦਾ। ਕਹਿੰਦਾ ਅਦਰ ਨੇਮਸ ਫॉर ਦਾ ਇਨਸਰਸ਼ਨ ਐਂਡ ਡਿਲੀਸ਼ਨ ਆਪਰੇਸ਼ਨ ਇਨ ਸਟੈਕ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ, ਪੁਸ਼ ਦਾ ਮਤਲਬ ਕੀ ਹੁੰਦਾ, ਇਨਸਰਸ਼ਨ, ਤੇ ਪੌਪ ਦਾ ਮਤਲਬ ਕੀ ਹੁੰਦਾ, ਡਿਲੀਸ਼ਨ। ਤਾਂ ਰਾਈਟ ਆਨਸਰ ਕੀ ਬਣ ਜਾਊਗਾ, ਫਸਟ ਇਜ਼ ਦਾ ਰਾਈਟ ਆਨਸਰ। ਦੇਖੋ ਗੱਲ ਉਹੀ ਹੈ, ਪੁੱਛਣ ਦਾ ਢੰਗ ਚੇਂਜ ਕਰ ਰਿਹਾ ਹੈ।
ਹੁਣ ਆ ਵੀ ਕੁਐਸਚਨ ਪੁੱਛਿਆ ਗਿਆ ਕਿਸੇ ਨਾ ਕਿਸੇ ਪੇਪਰ ਦੇ ਵਿੱਚ, ਕਹਿੰਦਾ ਪਿਕ ਫਰੋਮ ਦਾ ਫੋਲੋਇੰਗ ਵਿਚ ਰਿਪਰੈਜ਼ੈਂਟਸ ਐਨ ਐਲੀਮੈਂਟ ਇਨ ਸਟੈਕ। ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ ਐਲੀਮੈਂਟਸ ਨੂੰ ਕੀ ਕਹਿੰਦੇ ਆ, ਆਈਟਮ। ਠੀਕ ਹੈ, ਤਾਂ ਯਾਦ ਰੱਖਣਾ, ਦੇਖੋ ਸਿੰਪਲ ਕੁਐਸਚਨ ਹੈ ਬਿਲਕੁਲ। ਐਲੀਮੈਂਟ ਨੂੰ ਆਈਟਮਸ ਬੋਲਦੇ ਆ ਕਿਉਂਕਿ ਟੈਕਨੀਕਲ ਵਰਡ ਯੂਜ਼ ਹੁੰਦਾ ਹੈ ਉਹਦੇ ਡਾਟਾ ਸਟਰਕਚਰ ਦੇ ਵਿੱਚ, ਤਾਂ ਕਰਕੇ ਉਹਨੂੰ ਕੀ ਕਹਿ ਦਿੰਦੇ ਆ, ਆਈਟਮਸ। ਤਾਂ ਟੌਪ ਬੋਟਮ ਦੇਖੋ, ਜਿਹੜਾ ਬੱਚਾ ਨਹੀਂ ਪਤਾ ਹੋਊਗਾ ਤਾਂ ਉਹ ਟੌਪ ਲਗਾ ਕੇ ਆ ਜਾਊਗਾ, ਕਿਉਂਕਿ ਉਹਨੇ ਸੁਣਿਆ ਹੋਊਗਾ ਕਿ ਟੌਪ ਸਟੈਕ ਦੇ ਵਿੱਚ ਯੂਜ਼ ਹੁੰਦਾ ਹੈ, ਪਰ ਟੌਪ ਹੁੰਦਾ ਹੈ ਹਾਈਐਸਟ ਲੈਵਲ ਦਾ ਜਿਹੜਾ ਐਲੀਮੈਂਟ ਉਹਨੂੰ ਰਿਪਰੈਜ਼ੈਂਟ ਕਰਨ ਵਾਸਤੇ। ਤਾਂ ਕਪਾਟ ਖੋਲ ਕੇ ਰੱਖਣੇ ਆ ਦਿਮਾਗ ਦੇ, ਉੱਥੇ ਕਨਫਿਊਜ਼ ਨਹੀਂ ਹੋਣਾ। ਹੁਣ ਦੇਖੋ ਆ ਪੁੱਛ ਰਿਹਾ ਕੁਐਸਚਨ, ਕਹਿੰਦਾ ਇਨ ਸਟੈਕਸ ਦਾ ਪੋਸੀਬਿਲਿਟੀ ਟੂ ਡੂ ਇਨਸਰਸ਼ਨ ਐਂਡ ਡਿਲੀਸ਼ਨ। ਮਤਲਬ ਜਿਹੜੀ ਇਨਸਰਸ਼ਨ ਤੇ ਡਿਲੀਸ਼ਨ ਆ ਤੁਸੀਂ ਦਿਮਾਗ 'ਚ ਰੱਖਣੀ ਆ ਬਸ, ਆ ਹੁੰਦਾ ਸਟੈਕ। ਤੇ ਸਟੈਕ ਦੇ ਵਿੱਚ ਕਹਿੰਦਾ ਇਨਸਰਸ਼ਨ ਤੇ ਡਿਲੀਸ਼ਨ ਕਿੱਥੋਂ ਕਿੱਥੋਂ ਹੋ ਸਕਦੇ, ਐਟ ਵਨ ਐਂਡ, ਐਟ ਬੋਥ ਐਂਡ ਵੀ, ਠੀਕ ਹੈ, ਨਨ। ਤਾਂ ਤੁਹਾਨੂੰ ਪਤਾ ਇੱਕ ਹੀ ਐਂਡ ਹੁੰਦਾ, ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ ਇੱਕ ਹੀ ਐਂਡ ਹੁੰਦਾ ਟੌਪ, ਉੱਥੇ ਇਨਸਰਸ਼ਨ ਹੁੰਦੀ ਹੈ ਉੱਥੇ ਡਿਲੀਸ਼ਨ ਹੁੰਦੀ ਹੈ। ਤਾਂ ਕੀ ਆਨਸਰ ਆ ਜਾਊਗਾ, ਐਟ ਵਨ ਐਂਡ ਓਨਲੀ। ਠੀਕ ਹੈ ਜੀ, ਹੁਣੇ ਕਰਕੇ ਹਟੇ ਨਾ ਆਪਾਂ, ਦੇਖੋ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਹੁਣੇ ਜਿਹੜਾ ਆਪਾਂ ਕਰਕੇ ਹਟੇ ਆ, ਆਹ ਦੇਖੋ ਇੱਕ ਹੀ ਐਂਡ ਹੈ ਨਾ, ਤਾਂ ਇਹਨੂੰ ਐਂਡ ਨੂੰ ਟੌਪ ਬੋਲਦੇ, ਉੱਥੇ ਹੀ ਪੁਸ਼ ਹੋ ਰਿਹਾ ਉੱਥੇ ਹੀ ਪੌਪ ਹੋ ਰਿਹਾ। ਤਾਂ ਇੱਕ ਐਂਡ ਹੀ ਹੁੰਦਾ ਸਟੈਕ ਦੇ ਵਿੱਚ, ਬਾਕੀ ਸਾਰਿਆਂ 'ਚ ਦੋ ਹੁੰਦੇ ਆ, ਇਕੱਲਾ ਸਟੈਕ ਹੀ ਆ ਜਿਹਦੇ ਵਿੱਚ ਇੱਕ ਹੀ ਐਂਡ ਹੁੰਦਾ। ਉਸ ਐਂਡ ਨੂੰ ਕੀ ਕਹਿ ਦਿੰਦੇ ਆਪਾਂ, ਉਸ ਐਂਡ ਨੂੰ ਕੀ ਕਹਿ ਦਿੰਦੇ ਆ, ਟੌਪ। ਤਾਂ ਐਟ ਵਨ ਐਂਡ ਓਨਲੀ ਆਊਗਾ ਆਨਸਰ। ਕਲੀਅਰ ਹੈ ਜੀ, ਦਿਮਾਗ ਦੇ ਕਪਾਟ ਖੋਲ ਲਿਓ। ਅੱਗੇ ਕਹਿੰਦਾ ਭਾਈ ਐਟ ਵਿਚ ਪੋਜੀਸ਼ਨ ਇਨ ਦਾ ਸਟੈਕ ਦਾ ਆਪਰੇਸ਼ਨਸ ਆਰ ਬੀਇੰਗ ਡਨ। ਹੁਣੇ ਦੱਸ ਕੇ ਹਟਿਆ ਤੁਹਾਨੂੰ ਮੈਂ, ਪੁੱਛਣ ਦਾ ਢੰਗ ਚੇਂਜ ਕਰਤਾ ਵੀ ਇੱਕ ਹੀ ਐਂਡ ਆ, ਉਹ ਐਂਡ ਦਾ ਨਾਮ ਕੀ ਆ, ਟੌਪ। ਠੀਕ ਹੈ ਜੀ, ਦੇਖੋ ਇੱਕ ਛੋਟੀ ਜਿਹੀ ਡਾਇਗਰਾਮ ਤੋਂ 3-4 ਕੁਐਸਚਨ ਬਣ ਕੇ ਆ ਗਏ। ਪੁਸ਼ ਪੌਪ ਬਾਰੇ ਪੁੱਛ ਲੂਗਾ, ਟੌਪ ਬਾਰੇ ਪੁੱਛ ਲੂਗਾ, ਤਾਂ ਸਾਰਾ ਕੁਛ ਹੀ ਤੁਸੀਂ ਯਾਦ ਰੱਖਣਾ। ਤਾਂ ਹੁਣ ਇੱਕ ਸਟੈਕ ਦੇ ਵਿੱਚ ਐਰਰ ਆਉਂਦੀਆਂ ਨੇ, ਉਹ ਐਰਰ ਵੀ ਪੜ੍ਹਨੀਆਂ ਨੇ, ਇਹ ਵੀ ਪੁੱਛੀਆਂ ਗਈਆਂ ਨੇ। ਦੋ ਐਰਰ ਹੁੰਦੀਆਂ, ਇੱਕ ਹੁੰਦੀ ਆ ਓਵਰਫਲੋ, ਇੱਕ ਹੁੰਦੀ ਆ ਅੰਡਰਫਲੋ। ਹੁਣ ਓਵਰਫਲੋ ਦੀ ਗੱਲ ਕਰਦੇ ਆ, ਓਵਰਫਲੋ ਦੀ ਐਗਜ਼ਾਮਪਲ ਤੁਹਾਨੂੰ ਮੈਂ ਸਮਝਾ ਦਿੰਦਾ। ਆਪਣੇ ਕੋਲੇ ਕੀ ਸੀਗੀਆਂ, ਆਪਣੇ ਕੋਲੇ ਮੰਨ ਲਓ 1 2 ਤੇ 3 ਚੇਅਰ ਸੀਗੀਆਂ, ਤਾਂ ਤਿੰਨ ਹੀ ਬੰਦੇ ਬੈਠਣ ਵਾਲੇ ਸੀਗੇ, 1 2 3 ਤਿੰਨ ਹੀ ਬੰਦੇ ਬੈਠਣ ਵਾਲੇ ਸੀਗੇ। ਪਰ ਇੱਕ ਬੰਦਾ ਹੋਰ ਆ ਗਿਆ ਚੌਥਾ, ਉਹ ਕਿੱਥੇ ਬੈਠੂਗਾ, ਤਿੰਨ ਹੀ ਕੁਰਸੀਆਂ। ਇਹ ਤਾਂ ਨਹੀਂ ਕਿ ਇਹਦੇ ਮੋਢਿਆਂ 'ਤੇ ਆ ਕੇ ਬਹਿ ਜਾਊਗਾ, ਇਹਦੇ ਉੱਪਰ ਆ ਕੇ ਬੈਠ ਜਾਊਗਾ, ਨਹੀਂ, ਤਿੰਨ ਹੀ ਕੁਰਸੀਆਂ ਸੀਗੀਆਂ ਤਾਂ ਤਿੰਨ ਹੀ ਬੰਦੇ ਬੈਠੇ ਹੋਏ ਆ, ਤੇ ਚੌਥਾ ਆਇਆ, ਚੌਥਾ ਬੈਠ ਨਹੀਂ ਸਕਦਾ, ਇਹਨੂੰ ਕਹਿੰਦੇ ਆ ਓਵਰਫਲੋ। ਤਾਂ ਉਵੇਂ ਰਾਜੇ, ਜਿਵੇਂ ਮੰਨ ਲਓ ਇੱਕ ਸਟੈਕ ਸੀਗਾ, ਉਹਦੀ ਕਪੈਸਿਟੀ ਸੀਗੀ 5 ਦੀ, ਤਾਂ 5 ਐਲੀਮੈਂਟ ਆਲਰੇਡੀ ਉਹਦੇ 'ਚ ਪਏ ਹੋਏ ਆ। ਜੇ ਆਪਾਂ ਪੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਨਵਾਂ ਐਲੀਮੈਂਟ, ਤਾਂ ਪੁਸ਼ ਨਹੀਂ ਹੋਊਗਾ, ਉੱਥੇ ਇੱਕ ਐਰਰ ਸ਼ੋ ਕਰੂਗਾ ਓਵਰਫਲੋ, ਕਿਉਂਕਿ ਇੱਕ ਚੀਜ਼ ਆ ਉਹਦਾ ਸਾਈਜ਼ ਕਿੰਨਾ 5 ਹੈ, 5 ਆਲਰੇਡੀ ਉਹਦੇ ਵਿੱਚ ਹੈਗੇ ਆ, ਤਾਂ 6ਵਾਂ ਨਹੀਂ ਆ ਸਕਦਾ। ਤਾਂ ਉਸ ਚੀਜ਼ ਨੂੰ ਕੀ ਕਹਿ ਦਾਂਗੇ ਆਪਾਂ, ਓਵਰਫਲੋ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ ਬਹੁਤ ਹੀ ਸੌਖੇ ਢੰਗ ਦੇ ਨਾਲ। ਕਹਿੰਦਾ ਐਨ ਅਟੈਂਪਟ ਟੂ ਐਡ ਏ ਨਿਊ ਐਲੀਮੈਂਟ ਇਨ ਦਾ ਸਟੈਕ ਵਿਚ ਇਜ਼ ਆਲਰੇਡੀ ਫੁੱਲ। ਜਿਹੜਾ ਮਤਲਬ ਸਟੈਕ ਆਲਰੇਡੀ ਫੁੱਲ ਹੈ, ਉਹਦੇ ਵਿੱਚ ਨਵਾਂ ਐਲੀਮੈਂਟ ਇਨਸਰਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਆਊਗਾ, ਓਵਰਫਲੋ। ਇਹ ਵੀ ਯਾਦ ਰੱਖਣਾ, ਓਵਰਫਲੋ ਕਿਹਦੇ ਵਾਸਤੇ ਯੂਜ਼ ਹੁੰਦਾ, ਇਨਸਰਸ਼ਨ ਵਾਸਤੇ, ਪੁਸ਼ ਵਾਸਤੇ। ਇੱਕ ਹੁੰਦੀ ਹੈ ਅੰਡਰਫਲੋ, ਅੰਡਰਫਲੋ ਹਮੇਸ਼ਾ ਯੂਜ਼ ਹੁੰਦਾ ਪੌਪ ਵਾਸਤੇ। ਇਹ ਵੀ ਪੁੱਛਿਆ ਗਿਆ ਕੁਐਸਚਨ ਕਿ ਅੰਡਰਫਲੋ ਕਦੋਂ ਯੂਜ਼ ਹੁੰਦਾ, ਜਦੋਂ ਆਪਾਂ ਪੌਪ ਆਪਰੇਸ਼ਨ ਕਰਦੇ ਹਾਂ, ਤੇ ਓਵਰਫਲੋ ਕਦੋਂ ਹੁੰਦਾ, ਜਦੋਂ ਆਪਾਂ ਪੁਸ਼ ਆਪਰੇਸ਼ਨ ਕਰਦੇ ਹਾਂ। ਹੁਣ ਪੌਪ ਦਾ ਮਤਲਬ ਕੀ ਹੈ ਕਿ ਜਿਹੜਾ ਸਟੈਕ ਹੈ ਬਿਲਕੁਲ ਐਮਟੀ ਹੈ, ਤੇ ਆਪਾਂ ਪੌਪ ਕਰਨ ਦੀ ਕੋਸ਼ਿਸ਼ ਕਰੀਏ। ਪੌਪ ਦਾ ਮਤਲਬ ਕੀ ਹੁੰਦਾ, ਐਲੀਮੈਂਟ ਡਿਲੀਟ ਕਰਨਾ, ਤਾਂ ਉਹ ਪਹਿਲਾਂ ਹੀ ਖਾਲੀ ਹੈ, ਤੇ ਉਹਦੇ ਵਿੱਚ ਡਿਲੀਟ ਕੀ ਹੋਊਗਾ, ਕੁਝ ਹੋਊਗਾ ਨਹੀਂ ਹੋਊਗਾ, ਕਿਉਂਕਿ ਉਹ ਤਾਂ ਪਹਿਲਾਂ ਹੀ ਖਾਲੀ ਪਿਆ। ਤਾਂ ਉੱਥੇ ਇੱਕ ਐਰਰ ਸ਼ੋ ਹੋ ਜੂਗੀ ਆਪਾਂ ਨੂੰ ਕਿ ਜਿਹੜਾ ਸਟੈਕ ਆ ਉਹ ਕੀ ਆ, ਅੰਡਰਫਲੋ ਹੈ। ਮਤਲਬ ਕਿ ਇੱਕ ਟੈਕਨੀਕਲ ਵਰਡ ਦਿੱਤੇ ਹੋਏ ਆ। ਓਵਰਫਲੋ ਦਾ ਮਤਲਬ ਕੀ ਆ, ਕੈਪੈਸਿਟੀ ਤੋਂ ਨਾਲੋਂ ਵੱਧ ਕੋਈ ਚੀਜ਼ ਨਹੀਂ ਆ ਸਕਦੀ। ਅੰਡਰਫਲੋ ਮਤਲਬ ਕੀ ਆ, ਕੋਈ ਚੀਜ਼ ਹੈ ਨਹੀਂ ਕਿ ਆਪਾਂ ਉਹਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਭਾਈ, ਐਨ ਅਟੈਂਪਟ ਟੂ ਰਿਮੂਵ ਐਨ ਐਲੀਮੈਂਟ ਫਰੋਮ ਦਾ ਐਮਟੀ ਸਟੈਕ ਇਜ਼ ਆਲਸੋ ਐਨ ਐਰਰ। ਉਸ ਐਰਰ ਨੂੰ ਕੀ ਕਹਿ ਦਿੰਦੇ ਆ, ਅੰਡਰਫਲੋ। ਤਾਂ ਧਿਆਨ ਰੱਖਣਾ, ਦਿਮਾਗ ਖੋਲਣਾ। ਆਹੀ ਕੁਐਸਚਨ ਆਇਆ ਹੋਇਆ, ਕਹਿੰਦਾ ਇਨ ਸਟੈਕ ਇਫ ਏ ਯੂਜ਼ਰ ਟਰਾਈਜ਼ ਟੂ ਰਿਮੂਵ ਐਨ ਐਲੀਮੈਂਟ ਫਰੋਮ ਐਮਟੀ ਸਟੈਕ। ਕਹਿੰਦਾ ਐਮਟੀ ਸਟੈਕ ਦੇ ਵਿੱਚੋਂ ਐਲੀਮੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕਰੂਗਾ। ਆਹ ਪਿਆ ਤੁਹਾਡਾ ਐਮਟੀ ਸਟੈਕ, ਤੇ ਇਹਦੇ ਵਿੱਚੋਂ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪੌਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕੀ ਹੋਊਗਾ, ਨਹੀਂ ਹੋਊਗਾ। ਤਾਂ ਉੱਥੇ ਕੀ ਹੋਊਗਾ, ਅੰਡਰਫਲੋ। ਤਾਂ ਯਾਦ ਰੱਖਣਾ, ਅੰਡਰਫਲੋ ਹੈ, ਓਵਰਫਲੋ ਨਹੀਂ ਹੈਗਾ। ਠੀਕ ਹੈ, ਨੈਕਸਟ ਸੇਮ ਹੈ, ਇਹੀ ਕੁਐਸਚਨ ਪੁੱਛਿਆ ਗਿਆ ਦੂਜੀ ਵਾਰੀ। ਕਹਿੰਦਾ ਪੁਸ਼ਿੰਗ ਐਨ ਐਲੀਮੈਂਟ ਇਨਟੂ ਦਾ ਸਟੈਕ ਆਲਰੇਡੀ ਹੈਵਿੰਗ 5 ਐਲੀਮੈਂਟ ਐਂਡ ਸਟੈਕ ਸਾਈਜ਼ ਇਜ਼ 5। ਕਹਿੰਦਾ ਵੀ ਇੱਕ ਸਟੈਕ ਸੀਗਾ, ਉਹਦੇ ਵਿੱਚ 1 2 3, ਠੀਕ ਹੈ, 4 ਤੇ 5 ਉਹਦਾ ਸਾਈਜ਼ ਸੀਗਾ, ਤੇ 5 ਐਲੀਮੈਂਟ ਪਏ ਸੀਗੇ। ਤਾਂ ਉਹ ਇੱਕ ਨਵਾਂ ਪੁਸ਼ਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕੀ ਹੋਊਗਾ, ਉੱਥੇ ਜਾ ਕੇ ਕੀ ਹੋ ਜਾਊਗਾ, ਓਵਰਫਲੋ। ਤਾਂ ਯਾਦ ਰੱਖਣਾ ਦੋਨੇ ਹੀ ਐਲੀਮੈਂਟ, ਓਵਰਫਲੋ ਤੇ ਅੰਡਰਫਲੋ।
ਹੁਣ ਆ ਜਾਂਦੇ ਆ ਤੁਹਾਡੇ ਭਾਈ ਪਟਵਾਰੀ 2016 ਵਾਲੇ ਕੁਐਸਚਨ ਤੇ। ਆਹ ਕੁਐਸਚਨ ਆਇਆ ਸੀ ਪਟਵਾਰੀ 2016 ਦੇ ਵਿੱਚ, ਤੇ ਜੇ ਤੁਸੀਂ ਉਹ ਵੀਡੀਓ ਜਾਂ ਉਦੋਂ ਤੁਹਾਨੂੰ ਇੰਨਾ ਪਤਾ ਹੁੰਦਾ ਤੁਸੀਂ ਚੁਟਕੀਆਂ ਦੇ ਵਿੱਚ ਇਹ ਕੁਐਸਚਨ ਕਰਨਾ ਸੀਗਾ। ਇਹਨੂੰ ਕੁਐਸਚਨ ਨੂੰ ਕਰਨ ਦਾ ਢੰਗ ਇਹ ਆ ਕਿ ਚੁੱਪ ਕਰਕੇ ਪਹਿਲਾਂ ਕੁਐਸਚਨ ਨੂੰ ਸਾਰੇ ਨੂੰ ਰੀਡ ਕਰਨਾ ਤੇ ਇੱਕ ਬਣਾ ਲੈਣਾ ਸਟੈਕ। ਠੀਕ ਹੈ ਜੀ, ਸਟੈਕ ਆਪਣਾ ਤੁਸੀਂ ਬਣਾ ਲੈਣਾ। ਕੀ ਕਹਿੰਦਾ, ਕਹਿੰਦਾ ਇਫ ਦਾ ਸੀਕੁਐਂਸ ਆਫ ਆਪਰੇਸ਼ਨ ਪੁਸ਼ 1, ਇਹ ਪੜ੍ਹਨ ਦੀ ਜ਼ਰੂਰਤ ਨਹੀਂ। ਪੁੱਛ ਕੀ ਰਿਹਾ, ਕਹਿੰਦਾ ਦਾ ਸੀਕੁਐਂਸ ਆਫ ਪੌਪਡ ਆਊਟ ਵੈਲਿਊ, ਤਾਂ ਆਪਾਂ ਸਿਰਫ ਪੌਪ ਵਾਲੀਆਂ ਦੇਖਣੀਆਂ ਨੇ, ਪੁਸ਼ ਵਾਲੀਆਂ ਨਹੀਂ ਦੇਖਣੀਆਂ। ਤਾਂ ਪਹਿਲਾਂ ਕੀ ਕਹਿੰਦਾ, ਪਹਿਲਾਂ ਕਹਿੰਦਾ ਪੁਸ਼ 1। ਪੁਸ਼ 1 ਦਾ ਮਤਲਬ ਕੀ ਆ, ਇੱਕ ਮੈਂ ਪੁਸ਼ ਕਰਤਾ। ਫਿਰ ਕਹਿੰਦਾ ਪੁਸ਼ 2, 2 ਮੈਂ ਪੁਸ਼ ਕਰਤਾ। ਠੀਕ ਹੈ, ਉਹ ਜਿਵੇਂ ਜਿਵੇਂ ਕਹੀ ਜਾਂਦਾ ਉਵੇਂ ਉਵੇਂ ਲਿਖਣਾ ਬਸ। ਪੁਸ਼ 2, ਪੁਸ਼ 2 ਤੋਂ ਬਾਅਦ ਕੀ ਕਹਿੰਦਾ ਪੌਪ। ਤਾਂ ਤੁਹਾਨੂੰ ਪਤਾ ਪੌਪ ਕਿਹੜਾ ਹੋਊਗਾ, ਟੌਪ ਵਾਲਾ ਐਲੀਮੈਂਟ ਹੀ ਹੋਊਗਾ। ਤਾਂ ਪੌਪ ਵੈਲਿਊ ਉਹਨੇ ਆਨਸਰ 'ਚ ਪੁੱਛਣੀ ਹੈ। ਤੇ ਸਭ ਤੋਂ ਪਹਿਲਾਂ ਪੌਪ ਕੀ ਹੋ ਗਿਆ, 2 ਪੌਪ ਹੋ ਗਿਆ। ਤਾਂ ਇੱਥੋਂ ਕੀ ਹੋ ਗਿਆ, 2 ਕੀ ਹੋ ਗਿਆ, ਡਿਲੀਟ ਹੋ ਗਿਆ ਭਾਈ। ਠੀਕ ਹੈ, ਡਿਲੀਟ ਕਰਨ ਤੋਂ ਬਾਅਦ ਹੁਣ ਕੀ ਰਹਿ ਗਿਆ, ਸਿਰਫ ਇੱਕ ਰਹਿ ਗਿਆ। ਠੀਕ ਹੈ, ਪੌਪ ਹੋ ਗਿਆ। ਪੌਪ ਤੋਂ ਬਾਅਦ ਕਹਿੰਦਾ ਫਿਰ ਕਹਿੰਦਾ ਪੁਸ਼ 1, ਤਾਂ 1 ਪੁਸ਼ ਕਰਨਾ। ਤਾਂ ਇਹਦੇ ਵਿੱਚ ਕੀ ਕਰਤਾ ਮੈਂ, 1 ਪੁਸ਼ ਕਰਤਾ। 1 ਉੱਥੇ ਹੋਊਗਾ ਨਾ ਅਗਲੇ ਤੇ ਪੁਸ਼, ਤਾਂ 2 ਤਾਂ ਡਿਲੀਟ ਹੋ ਗਿਆ ਸੀਗਾ, ਤੇ 1 ਪੁਸ਼ ਕਰਤਾ ਮੈਂ। ਫਿਰ ਕਹਿੰਦਾ ਪੁਸ਼ 2, ਤਾਂ ਫਿਰ ਮੈਂ ਇੱਕ 2 ਹੋਰ ਪੁਸ਼ ਕਰਤਾ। ਜੋ ਜੋ ਐਲੀਮੈਂਟ ਉਹ ਕਹਿ ਰਿਹਾ ਉਹ ਪੁਸ਼ ਕਰੀ ਜਾਓ। 2 ਪੁਸ਼ ਕਰਤਾ। 2 ਪੁਸ਼ ਕਰਨ ਤੋਂ ਬਾਅਦ ਕਹਿੰਦਾ 3 ਵਾਰੀ ਪੌਪ ਚਲਾਓ। ਤੇ 3 ਵਾਰੀ ਪੌਪ ਚੱਲੂਗਾ। ਤਾਂ ਤੁਹਾਨੂੰ ਪਤਾ ਪੌਪ ਸਭ ਤੋਂ ਉੱਪਰ ਵਾਲੇ ਚੱਲੂਗਾ, ਪਹਿਲਾਂ ਉੱਪਰ ਵਾਲੇ ਤੇ ਚਲਾਈਏ। ਤਾਂ 2 ਹੋ ਗਿਆ ਡਿਲੀਟ। ਠੀਕ ਹੈ, ਫਿਰ ਪੌਪ ਕਹਿੰਦਾ, ਫਿਰ ਹੋ ਗਿਆ 1, ਫਿਰ ਕਹਿੰਦਾ ਪੌਪ, ਫਿਰ ਹੋ ਗਿਆ 1। ਇੰਨਾ ਤੱਕ ਹੋ ਗਿਆ ਪੌਪ ਸਾਰਾ, ਮਤਲਬ ਕਿ ਇਹ ਖਾਲੀ ਹੋ ਗਿਆ। ਤਾਂ ਆਪਾਂ ਨਵਾਂ ਬਣਾ ਲੈਂਦੇ ਹਾਂ, ਇੱਥੇ ਸਾਰਾ ਖਾਲੀ ਹੋ ਗਿਆ। ਉਸ ਤੋਂ ਬਾਅਦ ਕਹਿੰਦਾ ਪੁਸ਼ 2, ਤਾਂ 2 ਮੈਂ ਪੁਸ਼ ਕਰਤਾ ਨਵਾਂ ਐਲੀਮੈਂਟ। ਫਿਰ ਕਹਿੰਦਾ ਕੀ ਕਹਿੰਦਾ ਪੌਪ 1, ਪੌਪ ਮਤਲਬ ਪੌਪ ਕਰ ਦੋ। ਤਾਂ 2 ਵਾਲਾ ਮੈਂ ਕੀ ਕਰਤਾ, ਪੌਪ ਕਰਤਾ। ਤਾਂ 2 ਪੌਪ ਕੀਤਾ ਤਾਂ ਫਿਰ ਕੀ ਆ ਗਿਆ, 2 ਆ ਗਿਆ। ਜੋ ਐਲੀਮੈਂਟ ਪੌਪ ਕਰਨਾ ਉਹਦੀ ਵੈਲਿਊ ਲਿਖਣੀ ਆ। ਤਾਂ ਬਣ ਗਿਆ ਆਪਣੇ ਕੋਲ ਸੀਕੁਐਂਸ 2 2 1 1 2। ਆ ਪਿਆ ਤੁਹਾਡਾ 2 2 1 1 2। ਜਿਹਨੂੰ ਨਹੀਂ ਸਮਝ ਆਇਆ ਭਾਈ ਵੀਡੀਓ ਨੂੰ ਰਿਪੀਟ ਕਰ ਲਿਓ, ਸਲੋ ਕਰਕੇ ਦੇਖ ਲਿਓ। ਠੀਕ ਹੈ, ਚਲੋ ਫਿਰ ਵੀ ਇੱਕ ਵਾਰੀ ਮੈਂ ਦੁਬਾਰਾ ਤੁਹਾਨੂੰ ਸਮਝਾ ਦਿੰਦਾ ਤੁਹਾਡੀ ਹੈਲਪ ਵਾਸਤੇ। ਇਸ ਤੋਂ ਅਗਲਾ ਕੁਐਸਚਨ ਵੀ ਪਿਆ। ਤੁਸੀਂ ਕੀ ਕਰਨਾ, ਇਹਦੇ ਵਿੱਚ ਇਦਾਂ ਸਟੈਕ ਬਣਾ ਲੈਣਾ, ਜਿਵੇਂ ਜਿਵੇਂ ਕਹੀ ਜਾਊਗਾ ਉਵੇਂ ਉਵੇਂ ਕਰੀ ਜਾਣਾ। ਕਹਿੰਦਾ ਪੁਸ਼ 1, ਪੁਸ਼ 1 ਦਾ ਮਤਲਬ ਕੀ ਹੈ, ਮੈਂ 1 ਪੁਸ਼ ਕਰਤਾ। ਫਿਰ ਪੁਸ਼ 2, ਮੈਂ 2 ਪੁਸ਼ ਕਰਤਾ। ਇਹ ਦੋ ਹੀ ਪਹਿਲੇ ਦੋ ਕਰ ਲਏ ਆਪਾਂ। ਥਰਡ ਤੇ ਕਹਿੰਦਾ ਪੌਪ ਕਰੋ। ਤਾਂ ਆਨਸਰ ਪੌਪ ਵਾਲੇ ਪੁੱਛ ਰਿਹਾ, ਦੇਖੋ ਪੌਪਡ ਆਊਟ ਵੈਲਿਊ ਪੁੱਛ ਰਿਹਾ। ਤਾਂ ਪਹਿਲਾਂ ਪੌਪ ਹੋਊਗਾ ਤਾਂ ਉੱਪਰ ਵਾਲਾ ਹੀ ਪੌਪ ਹੋਊਗਾ ਨਾ, ਤੁਹਾਨੂੰ ਪਤਾ ਇੱਕ ਹੀ ਐਂਡ ਹੈ ਟੌਪ ਐਂਡ, ਤਾਂ ਇੱਥੇ ਪੌਪ ਹੋ ਗਿਆ 2 ਮੇਰਾ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦਾ ਪੁਸ਼ 1। ਠੀਕ ਹੈ, ਮੈਂ ਪੁਸ਼ 1 ਕਰਤਾ। ਫਿਰ ਕਹਿੰਦਾ ਪੁਸ਼ 2, ਫਿਰ ਮੈਂ 2 ਪੁਸ਼ ਕਰਤਾ। ਉਸ ਤੋਂ ਬਾਅਦ ਕਹਿੰਦਾ ਪੌਪ, ਤਾਂ ਪੌਪ ਕਰੂੰਗਾ ਮੈਂ ਪਹਿਲਾਂ, ਤਾਂ 2 ਪੌਪ ਹੋ ਗਿਆ। ਫਿਰ ਪੌਪ ਕਰਨਾ ਕਹਿੰਦਾ, ਤੇ ਫਿਰ ਪੌਪ 1 ਹੋ ਗਿਆ। ਫਿਰ ਪੌਪ ਕਰਨਾ ਤਾਂ ਪੌਪ 1 ਹੋ ਗਿਆ। ਠੀਕ ਹੈ, ਸਾਰਾ ਖਾਲੀ ਹੋ ਗਿਆ। ਹੁਣ ਚਾਹੇ ਨਵਾਂ ਬਣਾ ਲਓ, ਤੁਹਾਡੇ ਸਮਝਾਉਣ ਵਾਸਤੇ ਮੈਂ ਨਵਾਂ ਬਣਾ ਰਿਹਾ, ਪੇਪਰ 'ਤੇ ਬਣਾਉਣ ਦੀ ਜ਼ਰੂਰਤ ਨਹੀਂ। 3 ਵਾਰੀ ਪੌਪ ਹੋ ਗਿਆ। ਫਿਰ ਪੁਸ਼ 2 ਕਰ ਦੋ, ਕਹਿੰਦਾ 2 ਪੁਸ਼ ਕਰਤਾ। ਫਿਰ ਕਹਿੰਦਾ ਪੌਪ ਕਰ ਦੋ, ਤਾਂ ਪੌਪ ਕਰਤਾ ਮੈਂ, 2 ਕਰਤਾ। ਤਾਂ ਉਹਨੇ ਪੌਪਡ ਆਊਟ ਵੈਲਿਊ ਪੁੱਛੀਆਂ ਸੀਗੀਆਂ, ਤਾਂ ਆਹ ਪਈਆਂ ਪੌਪਡ ਆਊਟ ਵੈਲਿਊ 2 2 1 1 2 2 2 1 1 2। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਦੇਖੋ ਇਹ ਚੀਜ਼ ਪ੍ਰੈਕਟਿਸ ਦੇ ਨਾਲ ਹੀ ਆਊਗੀ। ਵੀਡੀਓ ਨੂੰ 2 ਵਾਰੀ ਰਿਪੀਟ ਕਰਿਓ ਘੱਟੋ ਘੱਟ, ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ, ਤਾਂ ਹੀ ਤੁਹਾਨੂੰ ਸਮਝ ਆਊਗਾ। ਠੀਕ ਹੈ, ਤੇ ਇੱਕ ਵਾਰੀ ਆਪਦੇ ਹੱਥ ਨਾਲ ਕਰਨ ਦੀ ਕੋਸ਼ਿਸ਼ ਕਰਿਓ। ਆਹ ਕੁਐਸਚਨ ਪਿਆ ਹੈ, ਇਹਦੇ ਨਾਲ ਦਾ ਮਿਲਦਾ ਜੁਲਦਾ। ਤੁਸੀਂ ਵੀਡੀਓ ਨੂੰ ਪਾਊਜ਼ ਕਰ ਲੈਣਾ 5-7 ਸੈਕਿੰਡ ਵਾਸਤੇ। ਮੰਨ ਕੇ ਚਲੋ ਵੱਧ ਤੋਂ ਵੱਧ ਤੁਸੀਂ 1 ਮਿੰਟ ਲੈਣਾ ਇਸ ਕੁਐਸਚਨ ਨੂੰ। ਠੀਕ ਹੈ, ਪੇਪਰ ਦੇ ਵਿੱਚ 1 ਮਿੰਟ ਤੋਂ ਜ਼ਿਆਦਾ ਨਹੀਂ ਲੈਣਾ। ਤੁਸੀਂ ਵੀਡੀਓ ਨੂੰ 1 ਮਿੰਟ ਵਾਸਤੇ ਪਾਊਜ਼ ਕਰ ਲਿਓ ਤੇ ਆਹ ਕੁਐਸਚਨ ਕਰਿਓ। ਫਿਰ ਉਸ ਤੋਂ ਬਾਅਦ ਆਨਸਰ ਮੈਚ ਕਰ ਲਿਓ। ਬਾਕੀ ਮੈਂ ਤਾਂ ਹੁਣ ਕਰਵਾਊਂਗਾ ਹੀ ਕਰਵਾਊਂਗਾ, ਤੁਸੀਂ ਇੱਕ ਵਾਰੀ ਵੀਡੀਓ ਨੂੰ ਪਾਊਜ਼ ਕਰ ਲਿਓ। ਹੁਣ ਫਿਰ ਉਵੇਂ ਆਪਾਂ ਇੱਕ ਬਣਾ ਲੈਂਦੇ ਹਾਂ, ਆਪਾਂ ਕੀ ਬਣਾ ਲੈਂਦੇ ਹਾਂ, ਸਟੈਕ ਬਣਾ ਲੈਂਦੇ ਹਾਂ। ਕੀ ਕਹਿੰਦਾ, ਕਹਿੰਦਾ ਕੰਸੀਡਰ ਦਾ ਫੋਲੋਇੰਗ ਆਪਰੇਸ਼ਨ ਪਰਫਾਰਮਡ ਔਨ ਦਾ ਸਟੈਕ ਆਫ ਸਾਈਜ਼ 5 ਸਾਈਜ਼ ਦਾ ਸਟੈਕ ਹੈ। ਪੁੱਛ ਕੀ ਰਿਹਾ, ਕਹਿੰਦਾ ਵੀ ਨੰਬਰ ਆਫ ਐਲੀਮੈਂਟ ਕਿੰਨੇ ਬਚਣਗੇ। ਤਾਂ ਆਪਾਂ ਵੇਖਦੇ ਹਾਂ ਪਹਿਲਾਂ। ਕਹਿੰਦਾ ਪੁਸ਼ 1, ਪੁਸ਼ 1 ਕਰ ਲਿਆ ਮੈਂ। ਫਿਰ ਕਹਿੰਦਾ ਪੌਪ, ਤਾਂ ਪੌਪ ਕਰ ਲਓ। ਤਾਂ ਪੌਪ ਕਰ ਲਿਆ, ਫਿਰ ਡਿਲੀਟ ਹੋ ਗਿਆ। ਫਿਰ ਕਹਿੰਦਾ ਪੁਸ਼ 2, 2 ਪੁਸ਼ ਕਰ ਲਿਆ। ਫਿਰ ਕਹਿੰਦਾ ਪੁਸ਼ 3, ਮੈਂ 3 ਪੁਸ਼ ਕਰ ਲਿਆ। ਇਹ ਸਾਰੇ ਆਪਣੇ ਹੋ ਗਏ। ਫਿਰ ਕਹਿੰਦਾ ਪੌਪ ਕਰ ਲਓ, ਤਾਂ ਪੌਪ ਕਰ ਲਿਆ ਮੈਂ। ਠੀਕ ਹੈ, ਫਿਰ ਕਹਿੰਦਾ ਪੁਸ਼ 4, ਤਾਂ ਮੈਂ 4 ਪੁਸ਼ ਕਰ ਲਿਆ। ਫਿਰ ਕਹਿੰਦਾ 2 ਵਾਰੀ ਪੌਪ ਕਰ ਦਿਓ, ਤਾਂ ਦੋਨੇ ਪੌਪ ਹੋ ਗਏ। ਫਿਰ ਖਾਲੀ ਹੋ ਗਿਆ, ਖਾਲੀ ਹੋ ਗਿਆ। ਫਿਰ ਕਹਿੰਦਾ ਪੁਸ਼ 5, ਮਤਲਬ ਕਿ ਇੱਕ ਐਲੀਮੈਂਟ ਪਾ ਦਿਓ, ਪੁਸ਼ 5। ਉਸ ਦਾ ਪੁੱਛਦਾ ਕੀ ਹੈ, ਕਹਿੰਦਾ ਆਫਟਰ ਦਾ ਕੰਪਲੀਸ਼ਨ ਆਫ ਦਾ ਆਲ ਦਾ ਆਪਰੇਸ਼ਨ ਦਾ ਨੰਬਰ ਆਫ ਐਲੀਮੈਂਟ ਪ੍ਰੈਜੈਂਟ। ਤਾਂ ਨੰਬਰ ਆਫ ਐਲੀਮੈਂਟ ਕਿੰਨੇ ਪ੍ਰੈਜੈਂਟ ਹੈ। ਹੁਣ ਇਹ ਨਹੀਂ ਪੁੱਛ ਰਿਹਾ ਕਿ 5 ਵੈਲਿਊ ਹੈ, ਪੁੱਛ ਰਿਹਾ ਕਿੰਨੇ ਐਲੀਮੈਂਟ ਬਚੇ। ਤਾਂ ਟੋਟਲ ਕਿੰਨੇ ਬਚੇ, 1 ਹੀ ਬਚਿਆ ਨਾ, 5। ਤਾਂ ਰਾਈਟ ਆਨਸਰ ਕੀ ਆ ਜਾਊਗਾ ਤੁਹਾਡਾ, A। ਤਾਂ 1 ਐਲੀਮੈਂਟ ਬਚਿਆ। ਦੇਖੋ ਪੁੱਛਣ ਦਾ ਢੰਗ ਚੇਂਜ ਕਰਤਾ, ਆਪਰੇਸ਼ਨ ਸੋਈ ਹੋ ਰਿਹਾ ਪੁਸ਼ ਪੌਪ ਵਾਲੇ। ਤਾਂ ਕਿਸੇ ਤਰ੍ਹਾਂ ਵੀ ਕੁਐਸਚਨ ਆ ਸਕਦਾ ਹੈ। ਬਾਕੀ ਆਪਾਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਇੰਨੇ ਕੁਐਸਚਨ ਕਰਾਂਗੇ, ਤੁਸੀਂ ਚੁਟਕੀਆਂ ਦੇ ਨਾਲ ਸੋਲਵ ਕਰੋਗੇ। ਅੱਜ ਮੈਂ ਪਾਊਂਗਾ ਸ਼ਾਮ ਨੂੰ ਕੁਐਸਚਨ।
ਇਸ ਕਰਕੇ ਕਹਿੰਦਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਜਿਹੜੇ ਨਵੇਂ ਬੱਚੇ ਆਏ ਆ। ਠੀਕ ਹੈ ਜੀ। ਸਟੈਕ ਦੇ ਵਿੱਚੋਂ ਆਹ ਲਾਸਟ ਕੁਐਸਚਨ ਤੁਸੀਂ ਆਪਣੇ ਆਪ ਮੈਨੂੰ ਦੱਸਣਾ ਆਨਸਰ ਕਮੈਂਟ ਬਾਕਸ ਦੇ ਵਿੱਚ, ਇਹਦਾ ਵੀ ਤੇ ਜਿਹੜਾ ਹੁਣੇ ਮੈਂ ਕੁਐਸਚਨ ਪੁਸ਼ ਪੌਪ ਵਾਲਾ ਕੀਤਾ। ਕਹਿੰਦਾ ਇਟ ਇਜ਼ ਇੰਪੋਸੀਬਲ ਟੂ ਡੂ ਡੈਸ਼ ਆਪਰੇਸ਼ਨ ਔਨ ਐਮਟੀ ਸਟੈਕ। ਐਮਟੀ ਸਟੈਕ ਤੇ ਕਿਹੜਾ ਆਪਰੇਸ਼ਨ ਨਹੀਂ ਹੋ ਸਕਦਾ? ਪੁਸ਼ ਨਹੀਂ ਹੋ ਸਕਦਾ, ਕਿ ਪੌਪ ਨਹੀਂ ਹੋ ਸਕਦਾ, ਕਿ ਸਟੇਟਸ ਨਹੀਂ ਹੋ ਸਕਦਾ, ਕਿ ਨਨ ਨਹੀਂ ਹੋ ਸਕਦਾ। ਹੁਣੇ ਤੁਹਾਨੂੰ ਮੈਂ ਕਰਵਾ ਕੇ ਹਟਿਆ ਅੰਡਰਫਲੋ ਤੇ ਓਵਰਫਲੋ, ਉਹਦੇ ਵਿੱਚੋਂ ਹੀ ਕੁਐਸਚਨ ਪੁੱਛਿਆ ਗਿਆ, ਬਸ ਪੁੱਛਣ ਦਾ ਢੰਗ ਚੇਂਜ ਕਰਤਾ। ਚਲੋ ਭਾਈ, ਅੱਜ ਦਾ ਵੀਡੀਓ ਸੀਗੀ ਹਾਈ ਲੈਵਲ ਦੀ, ਬਹੁਤ ਸੌਖੇ ਢੰਗ ਨਾਲ ਕਰਵਾਇਆ ਤੁਹਾਨੂੰ। ਸਟੈਕ ਦੇ ਉੱਪਰ ਕੋਈ ਵੀ ਕੁਐਸਚਨ ਆ ਜਾਊਗਾ, ਤੁਸੀਂ ਕਿਸੇ ਪੇਪਰ ਦੇ ਵਿੱਚ ਅੱਖਾਂ ਬੰਦ ਕਰਕੇ ਅਟੈਂਪਟ ਕਰ ਸਕਦੇ ਹੋ। ਵੀਡੀਓ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਜੋ ਆਪਣਾ ਚੈਨਲ ਵੀ ਗਰੋ ਕਰੇ ਔਰ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ। ਦੇਖੋ ਇੱਕ એનર્ਜੀ ਮਿਲਦੀ ਹੈ ਇਸ ਦੇ ਨਾਲ। ਕਾਫੀ ਬੱਚਿਆਂ ਨੇ ਮੈਨੂੰ ਮੈਸੇਜ ਕੀਤਾ ਹਾਈ ਲੈਵਲ ਦਾ ਕੰਪਿਊਟਰ ਮੈਂ ਸ਼ੁਰੂ ਕਰਾਇਆ, ਜਿਹੜਾ ਇਹ ਲੈਵਲ ਆ ਸ਼ਾਇਦ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ। ਇਹ ਮੇਰੀ 101% ਗਰੰਟੀ, ਔਰ ਇੰਨੇ ਸੌਖੇ ਢੰਗ ਦੇ ਨਾਲ ਪੰਜਾਬੀ ਮਾਂ ਬੋਲੀ 'ਚ ਨਹੀਂ ਕੋਈ ਕਰਵਾ ਰਿਹਾ। ਤਾਂ ਇਹ ਸਭ ਕੁਝ ਤੁਹਾਡੇ ਹੀ ਸਪੋਰਟ ਦੇ ਨਾਲ ਹੋ ਰਿਹਾ। ਕਰਾਉਣ ਵਾਲਾ ਉਹ ਬਾਬਾ ਹੈ, ਆਪਾਂ ਕੁਛ ਨਹੀਂ ਕਰਨ ਵਾਲੇ। ਬਸ ਤੁਸੀਂ ਸਪੋਰਟ ਕਰਿਓ, ਬਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ। ਤਦ ਤੱਕ ਵਾਸਤੇ ਧੰਨਵਾਦ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਆਪਾਂ ਹੁਣ ਹਰ ਇੱਕ ਰੋਜ਼ ਵੀਡੀਓ ਪਾਵਾਂਗੇ ਕੰਪਿਊਟਰ ਦੀ, ਤੇ ਸ਼ਾਮ ਨੂੰ ਉਹਦੀ PDF ਮਿਲੂਗੀ, ਨਾਲ ਕਰਾਂਗੇ ਉਹਦੇ MCQ। ਤਦ ਤੱਕ ਵਾਸਤੇ ਧੰਨਵਾਦ। ਬਾਬਾ ਮਿਹਰ ਕਰੇ, ਸਰਬਤ ਦਾ ਭਲਾ।